ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰਗ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਜੀਵ ਨੂੰ ਮਨੁੱਖਾ ਦੇਹੀ ਦਿੱਤੀ ਆ ਕਿ ਭਾਈ ਗੁਰਸੇਵਾ ਤੇ ਭਗਤ ਕਮਾਈ ਤਾਬਿਹ ਮਾਨੁਖ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ ਸਾ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ ਮਾਨੁਸ ਜਨਮ ਕਾ ਇਹੀ ਲਾਹੋ। ਇਹੀ ਤੇਰਾ ਅਵਸਰ ਇਹੋ ਹੀ ਤੇਰੀ ਵਾਰ ਘਟ ਭੀਤਰ ਤੂੰ ਦੇਖ ਵਿਚਾਰ। ਕਹਿਤ ਕਬੀਰ ਜੀਤ ਘਿਆਰ ਬਹੁਤ ਜਿਦ ਕਰੇ ਪੁਕਾਰ ਪੁਕਾਰ। ਤੋ ਮਨੁੱਖਾ ਦੇਹੀ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਸੰਸਾਰ ਦੀ ਨਿਵਰਤੀ ਕਰਨੀ ਆ। ਤੋ ਇਸੇ ਨੂੰ ਹੀ ਵਾਹਿਗੁਰੂ ਪਰਮਾਤਮਾ ਜੀ ਨੇ ਜੀਵ ਨੂੰ ਸੰਸਾਰ ਦੇ ਵਿੱਚ ਭੇਜਿਆ। ਤੋ ਮਹਾਰਾਜ ਉਪਦੇਸ਼ ਦੁਆਰਾ ਜੀਵ ਨੂੰ ਸਮੱਤ ਦਿੰਦੇ ਨੇ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਹ ਜਿਹੜਾ ਹੱਥ ਦੀ ਪਕੜ ਤੋਂ ਪਰੇ ਆ ਇੱਕ ਆ ਦਾ ਮਤਲਬ ਜਿਹੜਾ ਚੀਜ਼ ਨੇੜੇ ਹੋਵੇ ਉਹ ਪਕੜ ਦੇ ਵਿੱਚ ਹੁੰਦੀ ਹੈ। ਔਰ ਤੀਸਰੇ ਨੰਬਰ ਤੇ ਕਾਰ। ਇੱਕ ਉਹ ਸਤ ਚਿਤ ਆਨੰਦ ਸਰੂਪ ਪਰਮਾਤਮਾ ਪਕੜ ਤੋਂ ਪਰੇ ਆ ਜੀਵ ਆਤਮਾ ਜਿਹੜੀ ਪਕੜ ਦੇ ਵਿੱਚ ਆ, ਜਿਸ ਨੂੰ ਜਿਸ ਤਰ੍ਹਾਂ ਦਾ ਅਭਿਆਸ ਕਰਕੇ ਬਣਾਉਣਾ ਚਾਹੋ ਬਣ ਸਕਦਾ। ਤੀਸਰਾ ਕਾਰ, ਇਹ ਕਿਰਿਆ ਕਰਨ ਵਾਲਾ ਜਿਹੜਾ ਸਰੀਰ ਆ, ਇਹ ਤਿੰਨੇ ਹੀ ਜਿਹੜੀਆਂ ਸ਼ਕਤੀਆਂ ਨੇ ਇਹ ਸੰਪੂਰਨ ਹੋਣੀਆਂ ਚਾਹੀਦੀਆਂ, ਇਹਨਾਂ ਦਾ ਪੋਸ਼ਣ ਹੋਣਾ ਚਾਹੀਦਾ। ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਇਹ ਸਤਿਗੁਰੂ ਪ੍ਰਸਾਦ, ਸਤਿਗੁਰੂ ਦੇ ਪ੍ਰਸ਼ਾਦ ਦੁਆਰਾ, ਕਿਰਪਾ ਦੁਆਰਾ, ਗਿਆਨ ਦੁਆਰਾ, ਸੰਗਤ ਦੁਆਰਾ ਇਹ ਪ੍ਰਾਪਤ ਹੁੰਦੀ। ਤੋ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਮਹਾਰਾਜ ਉਪਦੇਸ਼ ਕਰਦੇ ਨੇ। ਦੇਖੋ ਇੱਥੇ ਮਨ ਨੂੰ ਸੰਬੋਧਨ ਕਰਦੇ ਨੇ, ਕਿਉਂਕਿ ਮਨ ਜਿਹੜਾ ਹੁੰਦਾ ਇਹ ਪਰਮਾਤਮਾ ਦੀ ਅੰਸ਼ ਆ, ਲੇਕਿਨ ਅੰਸ਼ ਭੁੱਲ ਗਈ, ਵਾਹਿਗੁਰੂ ਪਰਮਾਤਮਾ ਨੂੰ ਭੁੱਲ ਗਈ। ਭੁੱਲ ਗਿਓ ਅਗਿਆਨ ਤੇ ਆਪਣਾ ਆਤਮ ਰੂਪ। ਇਸੇ ਕਰਕੇ ਹੀ ਇਹ ਮਨ ਜਿਹੜਾ, ਇਹ ਮਨ ਸ਼ਕਤੀ, ਮਹਾਰਾਜ ਕਹਿੰਦੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਿ ਮਨ ਤੂੰ ਜੋਤ ਸਰੂਪ ਆ, ਤੂੰ ਪਰਮਾਤਮਾ ਦਾ ਸਰੂਪ ਆ, ਤੂੰ ਗਿਆਨ ਸਰੂਪ ਆ, ਤੂੰ ਆਨੰਦ ਸਰੂਪ ਆ, ਲੇਕਿਨ ਤੂੰ ਮਾਇਆ ਦੇ ਪਿੱਛੇ ਲੱਗ ਕੇ ਆਪਣੇ ਸਰੂਪ ਨੂੰ ਭੁੱਲ ਗਿਆ। ਇਸ ਕਰਕੇ ਮਨ ਦਾ ਅਰਥ ਹੁੰਦਾ ਮੰਨ ਲੈਣਾ।
ਤੋ ਇਹ ਅਨੁਭਵ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ, ਅਨੁਭਵ ਜਾਤੀ ਦੇ ਵਿੱਚ ਇਹ ਆ ਜਾਂਦੇ ਨੇ। ਚਿੱਤ, ਮਨ, ਬੁੱਧੀ, ਸੰਸਕਾਰ, ਅਹਿੰਤਾਕਰਨ ਤੇ ਹੰਕਾਰ, ਇਹ ਸਾਰੇ ਅਨੁਭਵ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ। ਪ੍ਰਕਿਰਤੀ ਨੂੰ ਜਦੋਂ ਇਹ ਜੀਵ ਦੇਖਦਾ ਔਰ ਪ੍ਰਕਿਰਤੀ ਦੇ ਵਿੱਚੋਂ ਕੋਈ ਜਦੋਂ ਚਿੱਤਰ ਦੇਖਦਾ ਤੇ ਅੰਦਰ ਚਿੱਤ ਬਣਦਾ, ਉਸ ਚਿੱਤ ਨੂੰ ਮਨ ਮੰਨ ਲੈਂਦਾ, ਪ੍ਰਵਾਨ ਕਰ ਲੈਂਦਾ ਕਿ ਵਾਕਿਆ ਜੋ ਦੇਖਿਆ ਇਹ ਉਹੋ ਹੀ ਆ, ਮੰਨ ਲੈਂਦਾ। ਜੇ ਕਿਸੇ ਨੂੰ ਮਿੱਤਰ ਦੇਖਿਆ, ਕਿਸੇ ਨੂੰ ਦੁਸ਼ਮਣ ਦੇਖਿਆ, ਮਿੱਤਰ ਦੀ ਭਾਵਨਾ ਨਾਲ ਦੇਖਿਆ ਤੇ ਮਿੱਤਰ ਮੰਨ ਲਿਆ, ਦੁਸ਼ਮਣ ਦੀ ਭਾਵਨਾ ਨਾਲ ਦੇਖਿਆ ਤੇ ਦੁਸ਼ਮਣ ਮੰਨ ਲਿਆ। ਇਹ ਜਿਹੜਾ ਮੰਨ ਲੈਂਦਾ ਹੈ ਨਾ, ਇਹ ਮਨ ਫੰਕਸ਼ਨ ਹੁੰਦਾ। ਮਨ ਤੋਂ ਮੰਨੀ ਹੋਈ ਚੀਜ਼ ਤੋਂ ਅੱਗੇ ਬੁੱਧੀ ਬਣਦੀ ਹੈ, ਬੁੱਧੀ ਵਿਸ਼ਲੇਸ਼ਣ ਕਰਦੀ ਹੈ ਔਰ ਬੁੱਧੀ ਹਮੇਸ਼ਾ ਕੁਸੰਗ ਦਾ ਕਰਕੇ ਮਨ ਵੱਲੋਂ ਮੰਨਿਆ ਹੋਇਆ ਉਹ ਗਲਤ ਸੰਸਕਾਰ ਬਣਾਉਂਦੀ ਹੈ। ਤੋ ਬੁੱਧੀ ਤੋਂ ਸੰਸਕਾਰ ਬਣਦਾ, ਤੋ ਸੰਸਕਾਰ ਨੂੰ ਰੱਖਣ ਵਾਸਤੇ ਕੋਈ ਥਾਂ ਚਾਹੀਦਾ, ਕੋਈ ਸਪੇਸ ਚਾਹੀਦਾ। ਤੋ ਸੰਸਕਾਰ ਨੂੰ ਰੱਖਣ ਵਾਸਤੇ ਅਹਿੰਤਾ ਕਾਰਨ ਬਣਦਾ। ਤੋ ਅਹਿੰਤਾ ਕਰਨ ਦੇ ਵਿੱਚ ਸੰਸਕਾਰ ਸਟੋਰ ਹੋ ਜਾਂਦੇ ਨੇ ਤੇ ਉਹਨਾਂ ਦੀ ਰਾਖੀ ਵਾਸਤੇ ਫਿਰ ਹੰਕਾਰ ਬਣਦਾ। ਤੋ ਹੰਕਾਰ ਜਿਹੜਾ ਹੁੰਦਾ ਇਹ ਸਿਕਿਉਰਿਟੀ ਦਾ ਕੰਮ ਕਰਦਾ, ਜਿਵੇਂ ਬੈਂਕਾਂ ਦੇ ਅੱਗੇ ਸਿਕਿਉਰਿਟੀ ਆ, ਇਸੇ ਤਰ੍ਹਾਂ ਹੀ ਅਹਿੰਤਾ ਕਰਨ ਦੇ ਅੱਗੇ ਸਿਕਿਉਰਿਟੀ ਆ। ਸੰਸਕਾਰਾਂ ਦੀ ਰਾਖੀ ਕਰਦੇ ਆ। ਹੰਕਾਰ ਕਰਕੇ ਹੀ ਸੰਸਕਾਰ ਨਹੀਂ ਭੁੱਲਦੇ। ਕਿਸੇ ਨੂੰ ਠੱਗੀ ਦਾ ਸੰਸਕਾਰ ਇਹਨੂੰ ਠੱਗੀ ਨਹੀਂ ਭੁੱਲਦੀ, ਕਿਸੇ ਨੂੰ ਸੇਵਾ ਦਾ ਸੰਸਕਾਰ ਇਹਨੂੰ ਸੇਵਾ ਨਹੀਂ ਭੁੱਲਦੀ। ਇਸ ਕਰਕੇ ਹੰਕਾਰ ਦਾ ਕੋਈ ਦੋਸ਼ ਨਹੀਂ ਹੁੰਦਾ, ਦੋਸ਼ ਸੰਸਕਾਰ ਦਾ ਹੁੰਦਾ। ਤੋ ਇਹ ਸਾਰੇ ਇੱਕ ਦੂਸਰੇ ਤੇ ਆਸ਼ਰਿਤ ਨੇ, ਇਸ ਕਰਕੇ ਇਹ ਨੀਵੇਂ ਨੇ, ਪਰਮਾਤਮਾ ਦਾ ਸਰੂਪ ਨਹੀਂ ਬਣ ਸਕੇ। ਤੋ ਹੰਕਾਰ ਤੋਂ ਅੱਗੇ ਕੋਈ ਵੀ ਫੰਕਸ਼ਨ ਨਹੀਂ ਬਣਦਾ। ਇਸ ਕਰਕੇ ਹੰਕਾਰ ਤੋਂ ਅੱਗੇ ਅਭਿਆਸ ਕਰਕੇ, ਕਰਮ ਕਾਂਡ ਕਰਕੇ, ਉਪਾਸ਼ਨਾ ਕਰਕੇ, ਗਿਆਨ ਕਾਂਡ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਤੋ ਉਸੇ ਨੂੰ ਹੀ ਮਹਾਰਾਜ ਨੇ ਕਹਿੰਦੇ ਨੇ, ਥਾਪਿਆ ਨ ਜਾਏ, ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਕਿਸੇ ਦੇ ਪ੍ਰੋਸੈਸ ਕਰਕੇ ਨਹੀਂ ਥਾਪਿਆ ਗਿਆ, ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਹੀ ਪਰਮਾਤਮਾ ਅੰਦਰ ਪ੍ਰਗਟ ਹੁੰਦਾ। ਤੋ ਇਸ ਕਰਕੇ ਹੈ ਪਰਮਾਤਮਾ ਵੀ ਅਨੁਭਵ ਜਾਤੀ ਦੇ ਵਿੱਚੋਂ ਆਉਂਦਾ, ਪਰ ਉਹਦਾ ਰੁਤਬਾ ਸਭ ਤੋਂ ਉੱਤਮ ਹੈ। ਉੱਤਮ ਇਸ ਕਰਕੇ ਆ ਕਿਉਂਕਿ ਉਹ ਕਿਸੇ ਦੇ ਆਸ਼ਰਿਤ ਵਿੱਚ ਨਹੀਂ ਫਲਦਾ, ਆਸ਼ਰਿਤ ਵਿੱਚ ਨਹੀਂ ਉਹ ਪ੍ਰਗਟ ਹੁੰਦਾ, ਆਪਣੇ ਆਪ ਪ੍ਰਗਟ ਹੁੰਦਾ ਔਰ ਪਵਿੱਤਰ ਭਾਵ ਲੈ ਕੇ ਪ੍ਰਗਟ ਹੁੰਦਾ। ਇਸ ਕਰਕੇ ਪਰਮਾਤਮਾ ਦਾ ਦਰਜਾ ਸਭ ਤੋਂ ਉੱਤੇ ਆ ਤੇ ਇਹਨਾਂ ਦਾ ਵੱਖਰਾ ਵੱਖਰਾ ਫੰਕਸ਼ਨ ਹੁੰਦਾ। ਤੋ ਜਦੋਂ ਬ੍ਰਹਮ ਗਿਆਨ ਹੋ ਜਾਂਦਾ, ਉਸ ਵੇਲੇ ਪ੍ਰਕਿਰਤੀ ਨੂੰ ਦੇਖਦਾ, ਤੁਰੀਆ ਅਵਸਥਾ ਦੇ ਵਿੱਚ ਪ੍ਰਕਿਰਤੀ ਨੂੰ ਦੇਖਦਾ, ਪਰ ਕੋਈ ਚਿੱਤਰ ਨਹੀਂ ਦੇਖਦਾ। ਕਿਉਂਕਿ ਜਦੋਂ ਚਿੱਤਰ ਦੇਖਿਆ ਉਦੋਂ ਫਿਰ ਰਾਗ ਦਵੇਸ਼ ਆਏਗਾ, ਜਾਂ ਤੇ ਫਿਰ ਮੋਹ ਹੋਏਗਾ ਚਿੱਤਰ ਦੇ ਨਾਲ, ਜਾਂ ਦਵੇਸ਼ ਹੋਏਗਾ। ਇਸ ਕਰਕੇ ਬ੍ਰਹਮ ਗਿਆਨੀ ਤੁਰੀਆ ਅਵਸਥਾ ਦੇ ਵਿੱਚ, ਭਾਈ ਤੁਰੀਆ ਅਵਸਥਾ ਦੇ ਵਿੱਚ ਚਿੱਤਰ ਨਹੀਂ ਦਿਖਦਾ, ਸਾਰਾ ਇਹ ਪਰਮਾਤਮਾ ਦਾ ਸਰੂਪ ਦਿਸਦਾ। ਚਿੱਤਰ ਤੋਂ ਬਗੈਰ ਸਾਰਾ ਕੁਝ ਦਿਸਦਾ। ਜਦੋਂ ਤੇ ਚਿੱਤਰ ਦਿਸਦਾ ਉਦੋਂ ਹੀ ਮਾਇਆ ਵਿਆਪਦੀ ਆ, ਕੋਈ ਆਪਣਾ ਦਿਸਦਾ, ਕੋਈ ਬਗਾਨਾ ਦਿਸਦਾ। ਸ਼ਕਲਾਂ ਕਰਕੇ ਹੀ ਤੇ ਸਾਰਿਆਂ ਨੂੰ ਪਛਾਣ ਆ ਕਿ ਇਹ ਮੇਰਾ ਰਿਸ਼ਤੇਦਾਰ ਆ, ਆਹ ਮੇਰਾ ਰਿਸ਼ਤੇਦਾਰ ਨਹੀਂ, ਆਹ ਮੇਰਾ ਰਿਸ਼ਤੇਦਾਰ ਆ, ਆਹ ਮੇਰੀ ਰਿਸ਼ਤੇਦਾਰ ਨਹੀਂ, ਆਹ ਮੇਰਾ ਘਰ ਆ, ਆਹ ਮੇਰਾ ਘਰ ਨਹੀਂ, ਆਹ ਮੇਰੀ ਗੱਡੀ ਆ, ਆਹ ਮੇਰੀ ਗੱਡੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਾਰੀ ਅਨੰਦਪੁਰ ਸਾਹਿਬ ਦੇ ਵਿੱਚ ਪ੍ਰੀਖਿਆ ਲਈ ਸੀ, ਸਾਰੀ ਸੰਗਤ ਵਿੱਚ ਬੈਠੀ ਸੀ ਤੇ ਇੱਕ ਸਿੰਘ ਨੂੰ ਉਠਾਇਆ ਤੇ ਉਹਨੂੰ ਆਖਣ ਲੱਗੇ, ਇਕੱਲਾ ਹੀ ਆਇਆ? ਕਹਿੰਦਾ ਨਹੀਂ ਜੀ, ਮੇਰੇ ਰਿਸ਼ਤੇਦਾਰ ਵੀ ਆਏ। ਕਹਿੰਦੇ ਕਿਹੜੇ ਰਿਸ਼ਤੇਦਾਰ ਆ? ਉਹਨੇ ਸੰਗਤ ਦੇ ਵਿੱਚ ਦੇਖੇ ਤੇ ਉਹ ਆਖਿਆ ਜੀ, ਉਹ ਮੇਰਾ ਪਿਤਾ ਬੈਠਾ। ਅੱਛਾ ਠੀਕ ਹੈ ਜੀ। ਉਹ ਮੇਰੀ ਮਾਂ ਬੈਠੀ ਹੈ ਜੀ, ਉਹ ਮੇਰੀ ਘਰ ਵਾਲੀ ਬੈਠੀ ਹੈ ਜੀ,
ਉਹ ਮੇਰੀ ਭੈਣ ਬੈਠੀ ਆ ਜੀ, ਉਹ ਮੇਰਾ ਦੋਸਤ ਬੈਠਾ ਜੀ, ਉਹ ਸਾਰੇ ਗਿਣਾ ਦਿੱਤੇ, ਸਾਰੇ ਗਿਣਾ ਦਿੱਤੇ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਹੋਰ ਵੀ ਕੋਈ ਆ? ਕਹਿੰਦਾ ਨਹੀਂ ਜੀ, ਹੋਰ ਨਹੀਂ ਆਇਆ ਕੋਈ ਵੀ। ਤੇ ਮਹਾਰਾਜ ਕਹਿਣ ਲੱਗੇ ਅੱਛਾ ਫਿਰ ਇਹੋ ਹੀ ਤੇਰੇ ਗੁਰੂ ਆ, ਅਸੀਂ ਤੇ ਤੇਰੇ ਕੁਛ ਵੀ ਨਾ ਲੱਗਦੇ ਹੋਏ ਸਾਨੂੰ ਤਾਂ ਤੂੰ ਪਛਾਣਿਆ ਹੀ ਨਹੀਂ। ਜਿਨ੍ਹਾਂ ਦੀ ਤੇਰੇ ਦਿਮਾਗ ਦੇ ਵਿੱਚ ਪਛਾਣ ਸੀ ਉਹਨਾਂ ਦੀ ਤੂੰ ਚੋਣ ਕਰ ਲਈ, ਤੇ ਫਿਰ ਸਾਡੀ ਚੋਣ ਤਾਂ ਕੀਤੀ ਨਹੀਂ। ਇਸ ਕਰਕੇ ਸੰਸਾਰ ਦੇ ਵਿੱਚ ਜਿੰਨੇ ਵੀ ਚਿੱਤਰ ਪਛਾਣ ਦੇ ਵਿੱਚ ਆਉਂਦੇ ਨੇ, ਮਨੁੱਖ ਉਹਨਾਂ ਦੇ ਨਾਲ ਹੀ ਰਿਸ਼ਤਾ ਰੱਖਦਾ। ਮੋਹ ਦਾ ਰਿਸ਼ਤਾ ਰੱਖਦਾ, ਹੰਕਾਰ ਦਾ ਰਿਸ਼ਤਾ ਰੱਖਦਾ, ਜਾਂ ਰਾਗ ਦਾ ਰਿਸ਼ਤਾ, ਜਾਂ ਦੁਸ਼ਮਣ ਦਾ ਚਿੱਤਰ, ਜਾਂ ਮਿੱਤਰ ਦਾ ਚਿੱਤਰ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਤੁਰੀਆ ਅਵਸਥਾ ਦੇ ਵਿੱਚ ਨਾ ਮਿੱਤਰ ਦਾ ਚਿੱਤਰ ਦਿਸਦਾ, ਨਾ ਦੁਸ਼ਮਣ ਦਾ ਚਿੱਤਰ ਦਿਸਦਾ, ਤੁਰੀਆ ਅਵਸਥਾ ਦੇ ਵਿੱਚ। ਤੋ ਇੱਥੇ ਮਹਾਰਾਜ ਮਨ ਨੂੰ ਸੰਬੋਧਨ ਕਹਿੰਦੇ ਨੇ ਕਿ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਿਉਂਕਿ ਅੰਦਰ ਇੱਕ ਆਤਮਾ ਤੇ ਇੱਕ ਮਾਇਆ, ਇਹਨਾਂ ਦੋਨਾਂ ਦਾ ਹੀ ਜੰਗ ਵਾ, ਯੁੱਧ ਚੱਲਦਾ। ਮਾਇਆ ਆਪਣੇ ਵੱਲ ਜੀਵ ਨੂੰ ਖਿੱਚਦੀ ਆ, ਤੇ ਜਿਹੜੇ ਪੁੰਨ ਨੇ ਕੀਤੇ, ਧਰਮ ਕਮਾਇਆ ਜਿਹੜਾ ਹੈਗਾ, ਉਹ ਆਤਮਾ ਆਪਣੇ ਵੱਲ ਖਿੱਚਦੀ ਹੈ। ਪਰ ਆਤਮਾ ਦੀ ਆਵਾਜ਼ ਬਹੁਤ ਮੱਧਮ ਹੁੰਦੀ ਆ, ਤੇ ਮਾਇਆ ਦੀ ਆਵਾਜ਼ ਬਹੁਤ ਉੱਤਮ ਹੁੰਦੀ ਹੈ, ਬਹੁਤ ਉੱਚੀ ਹੁੰਦੀ ਆ। ਇਸ ਕਰਕੇ ਜੀਵ ਜਿਹੜਾ ਮਾਇਆ ਦੀ ਆਵਾਜ਼ ਦੇ ਵਿੱਚ ਫਸਿਆ ਰਹਿੰਦਾ, ਤੋ ਰਾਗ ਦਵੇਸ਼ ਈਰਖਾ ਵਖੇਲੀ ਕਰਦਾ ਰਹਿੰਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਮਨ ਤੂੰ ਪਵਿੱਤਰ ਸਾਈਡ ਨੂੰ ਧਾਰਨ ਰੱਖੀ, ਹਰੀ ਨਾਲੇ। ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਨੂੰ ਭਾਈ ਆਪਣੀ ਸਾਈਡ 'ਚ ਰੱਖਣਾ, ਉਹਦੇ ਗੁਣਾਂ ਨੂੰ ਸਾਈਡ 'ਚ ਰੱਖਣਾ, ਪਵਿੱਤਰ ਰੱਖਣਾ, ਜੀਵਨ ਪਵਿੱਤਰ ਰੱਖਣਾ, ਪਵਿੱਤਰ ਜੀਵਨ ਰੱਖਣਾ, ਪਵਿੱਤਰ ਸਾਈਡ ਰੱਖਣੀ। ਤੋ ਕਹਿੰਦੇ ਇਹੋ ਹੀ ਮਨੁੱਖਾ ਦੇਹੀ ਦੇ ਵਿੱਚ ਤੂੰ ਕਰਨਾ ਆ। ਕਿਉਂਕਿ ਜਦੀ ਪਾਠ ਕਰਨ ਦਾ ਮਨ ਦੇ ਵਿੱਚ ਪ੍ਰੇਮ ਆਉਂਦਾ, ਤੇ ਉਸੇ ਵੇਲੇ ਹੀ ਮਾਇਆ ਦਾ ਪ੍ਰਭਾਵ ਵੀ ਆ ਜਾਂਦਾ। ਤੇ ਕੀ ਲੋੜ ਆ? ਇੱਕ ਆਵਾਜ਼ ਆਉਂਦੀ ਹੈ ਕਿ ਯਾਤਰਾ ਤੇ ਜਾਣਾ ਚਾਹੀਦਾ, ਇੱਕ ਆਵਾਜ਼ ਆਉਂਦੀ ਹੈ ਕਿ ਬਾਅਦ ਵਿੱਚ ਚੱਲ ਜਾਂਗੇ। ਜਿਹੜੀ ਬਾਅਦ ਵਿੱਚ ਚੱਲ ਜਾਂਗੇ ਵਾਲੀ ਆਵਾਜ਼ ਆ, ਇਹ ਮਾਇਆ ਦੀ ਆ। ਔਰ ਜਿਹੜਾ ਆਵਾਜ਼ ਆ ਕਿ ਭਾਈ ਸਾਰਾ ਕੁਝ ਸਮੇਂ ਦੇ ਵਿੱਚ ਹੀ ਕਰਨਾ ਚਾਹੀਦਾ, ਛੇਤੀ ਕਰਨਾ ਚਾਹੀਦਾ, ਇਹ ਆਤਮਾ ਦੀ ਆਵਾਜ਼ ਹੁੰਦੀ। ਤੋ ਮਹਾਰਾਜ ਕਹਿੰਦੇ ਨੇ ਕਿ ਹੇ ਮਨ ਤੂੰ ਹਮੇਸ਼ਾ ਹੀ ਪਵਿੱਤਰ ਪਾਸੇ ਰਹੀਂ, ਕੁਛ ਵੀ ਹੋ ਜਾਏ ਪਰਮਾਤਮਾ ਦੇ ਪਾਸੇ ਰਹੀਂ, ਵਾਹਿਗੁਰੂ ਪਰਮਾਤਮਾ ਦੇ ਪਾਸੇ ਰਵੀਂ, ਦਇਆ ਦੇ ਪਾਸੇ ਰਵੀਂ, ਸਤ ਦੇ ਪਾਸੇ ਰਵੀਂ, ਸੰਤੋਖ ਦੇ ਪਾਸੇ ਰਵੀਂ। ਤਾਂ ਹੀ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਜੇਕਰ ਤੂੰ ਹਰੀ ਵਾਲਾ ਪਾਸਾ ਰੱਖੇਗਾ, ਸੱਚੀ ਕਿਰਤ ਰੱਖੇਗਾ, ਸੱਚਾ ਵਿਵਹਾਰ ਕਰੇਗਾ, ਤੇ ਫਿਰ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਭ੍ਰਮ ਆ, ਜਿਹੜਾ ਭੈ ਆ, ਇਹ ਬਹੁਤ ਵੱਡਾ ਦੁੱਖ ਆ, ਇਹ ਨਿਵਰਤ ਹੋ ਜਾਏਗਾ। ਮਨ ਬਚਨ ਔਰ ਕਰਮ, ਮਨ ਕਰਕੇ ਕਿਸੇ ਦਾ ਬੁਰਾ ਨਹੀਂ ਸੋਚਣਾ, ਬਚਨ ਕਰਕੇ, ਬੋਲਾਂ ਕਰਕੇ ਕਿਸੇ ਨੂੰ ਘਾਟਾ ਨਹੀਂ ਪਾਉਣਾ, ਔਰ ਕਰਮ ਕਰਕੇ ਕਿਸੇ ਨੂੰ ਮਿਲਾਵਟ ਨਹੀਂ ਕਰਨੀ, ਕਿਸੇ ਨਾਲ ਠੱਗੀ ਨਹੀਂ ਕਰਨੀ, ਭਲਾਈ ਕਰਨੀ, ਪਰਉਪਕਾਰ ਕਰਨਾ। ਇਹੋ ਹੀ ਹਰੀ ਦਾ ਪਾਸਾ ਹੁੰਦਾ, ਇਹੋ ਹੀ ਵਾਹਿਗੁਰੂ ਦਾ ਪਾਸਾ ਹੁੰਦਾ। ਔਰ ਇਹ ਰੱਖਣ ਦੇ ਨਾਲ ਕੀ ਹੁੰਦਾ ਵਾ ਕਿ ਜਿਹੜੇ ਕਲੇਸ਼ ਨੇ ਉਹ ਦੂਰ ਹੋ ਜਾਂਦੇ ਨੇ, ਮਨ ਸ਼ਾਂਤ ਹੋ ਜਾਂਦਾ, ਮਨ ਸਹਿਜ ਹੋ ਜਾਂਦਾ, ਮਨ ਆਨੰਦ ਵਿੱਚ ਆ ਜਾਂਦਾ, ਮਨ ਖੇੜੇ ਵਿੱਚ ਆ ਜਾਂਦਾ। ਤਾਂ ਮਹਾਰਾਜ ਕਹਿੰਦੇ ਨੇ ਕਿ ਜਿੰਨੇ ਵੀ ਕਸ਼ਟ ਸੀ ਨਾ, ਕਲੇਸ਼ ਸੀ, ਉਹ ਸਾਰੇ ਹੀ ਨਿਵਰਤ ਹੋ ਗਏ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਜੇਕਰ ਤੂੰ
शुभ भावना रख के व्यवहार करेगा तो अंगीकार करेगा, स्वीकार करेगा। क्योंकि भावना जिहड़ी आ इहो ही परमात्मा नूं प्रमाण है। गोबिंद भाओ भगत का भूखा। परमात्मा जे किसी चीज़ का भुखा वा तो भाई ओह भुखा वा भावना का, तो भावना का भुखा वा। ते इसे करके ही महाराज कहते हैं कि तेरे जिहड़े कारज ने ना, ये जिहड़ा भी उत्ते आवरण हुंदा, जिहड़ा भी उत्ते चंचलता हुंदी आ, इस नूं ही महाराज दूर कर दिंदे ने ते जीव दा मन शांत हो जाता। इहो ही कारज आ मनुखा देही दे विच मन सहज विच आ जावे, मन टका दे विच आ जावे, ये सब तो वड्डा कारज आ। महाराज कहते कि नहीं, जिस वखर को लैण तू आया राम नाम संतन कर पाया, कि आया तो तू परमेश्वर परमात्मा की प्राप्ति करने वास्ते सी। यह तेरा वड्डा कारज सीगा और इस कारज नूं वाहिगुरु परमात्मा जी ने भाई जिहड़ा तेरे मन दे उत्ते भटकना सी उहनूं दूर कर दिता ते तैनूं स्वीकार कर लिया। क्यों स्वीकार किया? क्योंकि इसे करके ही महाराज कहते ने कि भाई जदों तू भुखे नूं रोटी खवाएगा, भटके नूं राह दिखाएगा, तो फिर वो पहलों परमेश्वर परमात्मा तेनू देवेगा। जिहड़ा दूसरे नूं देण दा पहलों सोचदा, आप दा बाद दे विच सोचदा, उहनूं वाहिगुरू परमात्मा पहलों दिंदा। ते जिहड़ा आप दा पहलों सोचदा कि मैनूं पहलों मिल जावे, होर किसे नूं मिले कि ना मिले, उहनूं परमेश्वर परमात्मा ਉਹਦੇ ਵੱਲ कभी भी ख्याल नहीं करता, ਉਹਦੀ ਭਟਕਣਾ दूर नहीं करता। इसे करके ਜਦੋਂ जीव के मन ਦੇ ਵਿੱਚ ਸਰਬੱਤ ਦੇ ਭਲਾਈ ਹੋ ਗਈ, ਉਦੋਂ ਮਹਾਰਾਜ ਕਹਿੰਦੇ ਨੇ ਭਾਈ तेरे ਜਿਹੜੇ अंगीकार तेनू करेगा, तेनू स्वीकार करेगा, सिमरन करेगा वो भी स्वीकार होएगा, सेवा करेगा वो भी स्वीकार होएगी, यात्रा स्वीकार होएगी, पाठ स्वीकार होएगा। हुण ते कहना पैंदा, बाणी पढ़ के अरदास करनी पैंदी है कि महाराज आ बाणी पढ़ी आ, इनू सचखंड विच प्रवान कर लिओ, ते फिर बाद दे विच कहना नहीं पैंदा। क्यों कहना पैंदा? महाराज सेवा कीती आ, इनू सचखंड च प्रवान कर लिओ। जे सेवा कीती आ जां पाठ कीता, समर्पण भावना कीता, वो प्रवान आ, वो पाठ ही सचखंड आ, सेवा भी सचखंड आ। तो भाई तेरा हर एक भाव अंगीकार आ, तेरे मन दे विच जो दया वा, प्रेम आ, दूसरे प्रति परोपकार आ, महाराज कहते वो अंगीकार है, वो स्वीकार आ। तो इहो ही वड्डा कारज आ। मन शांत हो जावे, मन सहज हो जावे, तो जिहड़ा दूसरिਆਂ वास्ते परोपकार करदा तो वाहिगुरू परमात्मा ਉਹਦੀ चंचलता, ਉਹਦੀ भटकना दूर कर दिंदे ने। तो मानो ਉਹਨਾਂ ਦਾ ਕਾਰਜ ਪੂਰਾ ਹੋ ਗਿਆ, ਉਹਨਾਂ ਦੀ ਯਾਤਰਾ सफल 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 भाई यात्रा, आवना जाना रहे मिले साधा, उन्होंने आना जाना सफल हो गया। सबना गल्लां समर्थ स्वामी, सो क्यों मन हो विसारे। यह मनुख नूं, जीव नूं विश्वास नहीं हैगा। जे विश्वास होवे ਤੇ ਫਿਰ ਉਹਨੂੰ ਰਸ ਆਵੇ, परमात्मा की प्राप्ति होवे, गुरु महाराज दर्शन देण। जे गुरु ने दर्शन नहीं दिते तो ਇਹਦਾ मतलब हैगा कि ਉਹਦੀ भावना ਜਿਹੜੀ हैगी है उस पवित्र नहीं हैगी। गुरु ते सबना गल्लां ਕਰਨ ਦੇ ਵਿੱਚ ਸਮਰੱਥ ਆ, लेकिन ਜਿਹੜਾ जीव सोचता कि आ बाणी दे विच ताकत ज़्यादा आ, इस बाणी दे विच ताकत घट आ, आ नाम जपां ते तां रिद्धियां सिद्धियां आउणगीਆਂ, आ नाम जपण दे नाल नहीं आउंदियां,
तो महाराज कहते कि सारी बाणी एक ਸਰੂਪ ही आ। वाहिगुरु परमात्मा का जिहड़ा नाम आ ਉਹ ਅੰਤਰ ਬਾਹਰ ਏਕ ਰਸ ਜੋ ਚੇਤਨ ਭਰਪੂਰ। ਵਾਹਿਗੁਰੂ ਪਰਮਾਤਮਾ ਹਰੇਕ ਅੱਖਰ ਦੇ ਵਿੱਚ, ਹਰੇਕ ਜਰੇ ਜਰੇ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆ। ਇਹ ਵਹਿਮ ਭਰਮ ਕੱਢਦੇ ਕਿ ਆਹ ਬਾਣੀ ਵਿੱਚ ਤਾਕਤ ਜ਼ਿਆਦੀ ਆ, ਇਹ 'ਚ ਘੱਟ ਆ। ਤੂੰ ਆਪਣੇ ਵਿਸ਼ਵਾਸ ਨੂੰ ਵਧਾ, ਆਪਣੇ ਪ੍ਰੇਮ ਨੂੰ ਵਧਾ। ਜਦੋਂ ਵਿਸ਼ਵਾਸ ਨੂੰ ਵਧਾਏਗਾ, ਪ੍ਰੇਮ ਨੂੰ ਵਧਾਏਗਾ, ਤੇ ਫਿਰ ਭਾਈ ਉਹ ਵਾਹਿਗੁਰੂ ਪਰਮਾਤਮਾ ਸਾਰੇ ਕਾਰਜ ਪੂਰੇ ਕਰਨ ਦੇ ਸਮਰੱਥ ਆ। ਉਹਨੂੰ ਮਨੋਂ ਨਾ ਵਿਸਾਰ, ਮਨ ਦੇ ਵਿੱਚ ਸ਼ੰਕਾ ਨਾ ਕਰ। ਵਾਹਿਗੁਰੂ ਜੋ ਕਰੂ ਠੀਕ ਕਰੂਗਾ। ਤੋ ਇਸੇ ਕਰਕੇ ਹੀ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੇ ਉੱਤੇ ਵਿਸ਼ਵਾਸ ਕਰ। ਉਹ ਕੌਡੇ ਰਾਖਸ਼ ਦਾ ਤੱਤਾ ਤੇਲ ਠੰਡਾ ਕਰ ਸਕਦਾ, ਕੌੜੇ ਰੀਠੇ ਜਿਹੜੇ ਉਹ ਮਿੱਠੇ ਕਰ ਸਕਦਾ। ਉਹ ਕੀ ਨਹੀਂ ਕਰ ਸਕਦਾ? ਸਭ ਕੁਝ ਕਰ ਸਕਦਾ। ਗੁੰਗਿਆਂ ਦੇ ਕੋਲੋਂ ਗ੍ਰੰਥਾਂ ਦੇ ਅਰਥ ਕਰਾ ਸਕਦਾ। ਉਹ ਸਮਰੱਥ ਆ। ਵਾਹਿਗੁਰੂ ਪਰਮੇਸ਼ਰ ਪਰਮਾਤਮਾ ਸਮਰੱਥ ਆ। ਤੂੰ ਭਾਈ ਵਿਸ਼ਵਾਸ ਕਰ, ਸੱਚੀ ਕਿਰਤ ਕਰ। ਗੁਰੂ ਮਹਾਰਾਜ ਕਹਿੰਦੇ ਨੇ ਘਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਘਾਲਣਾ, ਘਾਲ ਕੇ ਆਪਣੀ ਕਿਰਤ ਕਰ। ਉਸ ਕਿਰਤ ਦੇ ਵਿੱਚੋਂ ਭੋਜਨ ਪ੍ਰਸ਼ਾਦ ਛਕ ਤੇ ਬਚਿਆ ਜਿਹੜਾ ਹੈਗਾ ਉਹ ਧਰਮ ਦੇ ਲੇਖੇ ਲਾ। ਆਪਣੇ ਆਪ ਹੀ ਤੈਨੂੰ ਜੀਵਨ ਮਾਰਗ ਦਾ ਗਿਆਨ ਖੁੱਲੂਗਾ ਤੇ ਆਪਣੇ ਆਪ ਹੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਇਹ ਨਾ ਸੋਚ ਕਿ ਆ ਬਾਣੀ ਪੜ੍ਹਨ ਦੇ ਨਾਲ ਕੀ ਲਾਭ ਹੋਵੇਗਾ। ਲਾਭ ਇਹੋ ਹੀ ਆ ਕਿ ਹੋ ਜਾਵੇ। ਜੇ ਹੋ ਗਿਆ ਲਾਭ ਤੇ ਪਰਮਾਤਮਾ ਦਾ ਪ੍ਰੇਮ ਆ, ਪ੍ਰੇਮ ਦੇ ਵਿੱਚ ਵਾਧਾ ਹੋ ਜਾਵੇ ਤੇ ਇਹੋ ਹੀ ਭਗਤ ਦਾ ਲਾਭ ਹੁੰਦਾ। ਕਿਉਂਕਿ ਉਹ ਜਿਹੜਾ ਪਰਮਾਤਮਾ ਉਹ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਆ। ਤੋ ਇਹ ਪ੍ਰੇਮ ਪਰਮਾਤਮਾ ਦੇ ਨਾਲ ਹੋਵੇ ਤੇ ਫਿਰ ਉਹ ਨਾਮ ਜਿਹੜਾ ਸਮਰੱਥਾ ਦਿਖਾਉਂਦਾ। ਜੇ ਸ਼ੰਕਾ ਮਨ ਦੇ ਵਿੱਚ ਆ ਗਿਆ, ਸ਼ੰਕੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਤੋ ਸ਼ੰਕੇ ਦੇ ਨਾਲ ਜਿਹੜਾ ਜੀਵ ਆ ਉਹ ਮਲੀਨ ਹੋ ਜਾਂਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਪਰਮਾਤਮਾ ਸਰਬ ਕਲਾ ਸਮਰੱਥ ਆ, ਉਹਦੇ ਤੇ ਸ਼ੰਕਾ ਨਾ ਕਰ। ਉਹ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਤੂੰ ਆਪਣਾ ਕਰਮ ਕਰ, ਫਲ ਦੀ ਇੱਛਾ ਨਾ ਰੱਖ। ਕਿਉਂਕਿ ਜੀਵ ਕਰਮ ਕਰਨ ਤੋਂ ਪਹਿਲਾਂ ਫਲ ਦੀ ਇੱਛਾ ਕਰਦਾ। ਨਿਸ਼ਕਾਮ ਹੋ ਕੇ ਕਰਮ ਕਰ, ਕਰਮ ਕਰ, ਫਲ ਦੀ ਇੱਛਾ ਨਾ ਕਰ। ਆਪਣੇ ਆਪ ਹੀ ਉਹ ਸਮਰੱਥ ਪਰਮੇਸ਼ਰ ਪਰਮਾਤਮਾ ਤੇਰੇ ਮਨ ਨੂੰ ਸ਼ਾਂਤੀ ਦੇਵੇਗਾ, ਸਾਰੇ ਸਕੂਨ ਦੇਵੇਗਾ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਤੋ ਮਹਾਰਾਜ ਫਿਰ ਦੁਬਾਰਾ ਦੁਹਰਾਉਂਦੇ ਨੇ ਕਿ ਕਿਸ ਤਰ੍ਹਾਂ ਦਾ ਮਾਇਆ ਵੀ ਸਮਾ ਆ ਜਾਵੇ, ਭਾਵੇਂ ਮਾਇਆ ਦੀ ਹਨੇਰੀ ਆ ਜਾਏ। ਕਿਉਂਕਿ ਅੰਦਰ ਇਹ ਜਿਹੜਾ ਜੀਵ ਦੇ ਮਾਇਆਵੀ ਸ਼ਕਤੀ ਆ, ਇਹ ਉਹੀ ਮਨ ਨੂੰ ਭਟਕਾਉਂਦੀ ਆ ਤੇ ਕਿਸੇ ਪਾਸੇ ਲੱਗਣ ਨਹੀਂ ਦਿੰਦੀ। ਸੇਵਾ ਕਰਨ ਲੱਗਿਆ ਨਾਮ ਚੇਤੇ ਆਉਂਦਾ, ਨਾਮ ਜਪਣ ਲੱਗਿਆ ਯਾਤਰਾ ਚੇਤੇ ਆਉਂਦੀ ਹੈ, ਯਾਤਰਾ ਕਰਨ ਲੱਗਿਆ ਕੋਈ ਦਾਨ ਪੁੰਨ ਚੇਤੇ ਆਉਂਦਾ, ਦਾਨ ਪੁੰਨ ਕਰਨ ਲੱਗਿਆ ਪਾਠ ਚੇਤੇ ਆਉਂਦਾ, ਪਾਠ ਕਰਨ ਲੱਗਿਆ ਕਰਮ ਚੇਤੇ ਆਉਂਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਕਿ ਇਹ ਬਾਣੀ ਜਿਹੜੀ ਹੈਗੀ ਆ ਇਹ ਚਮਤਕਾਰ ਕਰਦੀ ਆ। ਜੇ ਤੂੰ ਡਾਵਾ ਡੋਲ ਨਹੀਂ ਹੋਵੇਂਗਾ ਤੇ ਚਮਤਕਾਰ ਵਾਂਗੂ ਤੈਨੂੰ ਰਸ ਦੇਵੇਗੀ। ਜੇ ਡਾਵਾ ਡੋਲ ਹੋ ਗਿਆ
ਤੇ ਫਿਰ ਭਟਕਣਾ ਆ ਜਾਏਗੀ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਪਵਿੱਤਰ ਜੀਵਨ ਰੱਖ ਤੇ ਪਵਿੱਤਰ ਸਾਈਡ ਰੱਖ। ਕਿੰਨਾ ਵੀ ਸੰਸਾਰ ਦੇ ਵਿੱਚ ਮਾਇਆ ਵੀ ਹਨੇਰੀ ਆ ਜਾਵੇ, ਕਿਉਂਕਿ ਹਰੇਕ ਬੰਦਾ ਕਹਿੰਦਾ ਕਿ ਝੂਠ ਤੋਂ ਬਗੈਰ ਰੋਟੀ ਨਹੀਂ ਮਿਲਦੀ, ਝੂਠ ਤੋਂ ਬਗੈਰ ਕੋਈ ਪਦ ਪ੍ਰਤਿਸ਼ਠਾ ਨਹੀਂ ਮਿਲਦੀ, ਲਾਭ ਨਹੀਂ ਮਿਲਦਾ। ਇਹ ਮਾਇਆ ਹੁੰਦੀ ਆ, ਲੇਕਿਨ ਇਹਦੇ ਨਾਲ ਫਿਰ ਰੱਜ ਨਹੀਂ ਆਉਂਦਾ, ਸਿਦਕ ਨਹੀਂ ਆਉਂਦਾ, ਸੰਤੋਖ ਨਹੀਂ ਆਉਂਦਾ, ਘਰ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਮਤੀ ਭ੍ਰਿਸ਼ਟ ਹੋ ਜਾਂਦੀ। तो मति भ्रष्ट होगी। जहाँ सुमति तहाँ संपत नाना, जहाँ कुमति तहाँ बिपत निधाना। जिथे सुमति हुंदी आ उथे घर दे परिवारक मैंबरां दी बड़ी एकता प्यार हुंदा ते उथे हरेक प्रकार दी संपदा आउंदी है। जहाँ कुमति तहाँ बिपत निधाना, जिथे कुमति आ जाती उथे सारे जी एक दूसरे दे नाल लड़न लग पैंदे ने, ਤੇ ਜਿੱਥੇ ਲੜਨ ਲੱਗ ਪੈਂਦੇ ਨੇ ਤੇ ਉੱਥੇ ਸੰਪਦਾ ਨਹੀਂ ਰਹਿੰਦੀ, ਸਾਰਾ ਕੁਝ ਉਜੜ ਪੁਜੜ ਜਾਂਦਾ। ਤੋ ਜੇ ਤੂੰ ਹਰੀ ਨਾਲ ਕਹੇ ਨਾਨਕ, ਮਨ ਮੇਰੇ ਸਦਾ ਰਹੋ ਹਰੀ ਨਾਲ। ਜੇ ਹਰੀ ਨਾਲ ਰਹੇਗਾ, ਵਾਹਿਗੁਰੂ ਪਰਮਾਤਮਾ ਦਾ ਪਾਸਾ ਰੱਖੇਗਾ, ਦਇਆ ਸੰਤੋਖ ਧੀਰਜ ਖਿਮਾ ਨਿਮਰਤਾ ਵਾਲਾ ਜੀਵਨ ਰੱਖੇਗਾ, ਸੱਚੀ ਕਿਰਤ ਕਮਾਈ ਵਾਲਾ ਜੀਵਨ ਰੱਖੇਗਾ, ਤੇ ਫਿਰ ਭਾਈ ਤੇਰੀ ਜਿਹੜੀ ਮਤੀ ਹੈ ਨਾ ਉਹ ਸਮਤੀ ਹੋ ਜਾਏਗੀ ਤੇ ਘਰ ਹੀ ਤੇਰਾ ਸਵਰਗ ਬਣ ਜਾਏਗਾ। ਤੇ ਸਵਰਗ ਬਣ ਜਾਏਗਾ ਤੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।